ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਲੀਡਰ ਸੀ, ਉਲਟਾ ਬੀਜੇਪੀ ਦੀ ਲੀਡਰਸ਼ਿਪ ਉਹਨਾਂ ਨੂੰ ਪਿੱਛੇ ਧੱਕ ਕੇ ਰੱਖਦੀ ਸੀ। 35 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਇਹ ਸੀਟ ਤੇ ਲੜ ਰਿਹਾ ਹੈ। ਇੱਥੋਂ ਦੇ ਵਿਧਾਇਕ ਨੂੰ ਇੱਕ ਵਹਿਮ ਹੋ ਗਿਆ ਸੀਗਾ ਕਿ ਮੈਂ ਤਾਂ ਰਹਿੰਦੀ ਦੁਨੀਆ ਤੱਕ ਹੀ ਸ਼ਾਇਦ ਰਹਿਣਾ ਹੈ, ਮੈਨੂੰ ਕੋਈ ਚੁਣੌਤੀ ਦੇਣ ਵਾਲਾ ਕੋਈ ਆਉਣਾ ਹੀ ਨਹੀਂਗਾ। ਇਸ ਕਰਕੇ ਪ੍ਰਮਾਤਮਾ ਨੇ ਉਹਦਾ ਵਿਨਾਸ਼ ਕਰਨ ਲਈ ਮੈਨੂੰ ਇੱਥੇ ਭੇਜਿਆ। ਮੈਂ ਉਹ ਟਰੱਕ ਨਹੀਂ, ਮੇਰੀ ਨਿਗਾਹ ਜਾ ਰਹੀ ਹੈ ਜਦੋਂ ਦਾ ਮੈਂ ਪੁੱਛ ਰਿਹਾ। ਜੇ ਤੁਹਾਡੀ ਵੀ ਨਿਗਾਹ ਜਾਂਦੀ ਹੈ ਤਾਂ ਪੁੱਛ ਲਓ। ਪੰਜਾਬ ਦੇ ਲੋਕਾਂ ਨੇ ਬੀਜੇਪੀ ਦਾ ਉਹ ਹਾਲ ਕਰ ਰੱਖਿਆ। ਇਹ ਸਾਡੇ ਮੋਢਿਆਂ ਤੇ ਚੜ੍ਹ ਕੇ ਰਾਜ ਕਰਦੇ ਸੀ, ਬੰਦੇ ਅਸੀਂ ਇਕੱਠੇ ਕਰਦੇ ਸੀ, ਜਹਾਜ਼ ਤੇ ਆਉਂਦੇ ਸੀ, ਬੋਲ ਕੇ ਦਿੱਲੀ ਨੂੰ ਚਲੇ ਜਾਂਦੇ ਸੀ। ਆ ਪਹਿਲੀ ਰੈਲੀ ਆਪ ਦੀ ਆਪ ਬੋਲਣਾ ਸੀ। ਕੀ ਹਾਲਾਤ ਹੋਇਆ। ਪ੍ਰਧਾਨ ਮੰਤਰੀ ਨੂੰ ਰੋਕਣਾ ਨਹੀਂ ਸੀ ਚਾਹੀਦਾ, ਖਾਲੀ ਕੁਰਸੀਆਂ ਤੱਕ ਜਾਣ ਦਿੰਦੇ। ਚੰਗਾ ਹੋਰ ਵੱਡੇ ਪੱਧਰ ਤੇ ਜਲੂਸ ਨਿਕਲਦਾ। ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ। ਮੈਂ ਹਾਂ ਵਿਨਿਤ ਕਪੂਰ ਔਰ ਇਸ ਵੇਲੇ ਅਸੀਂ ਰਾਜਪੁਰਾ ਹਲਕੇ ਦੇ ਵਿੱਚ ਮੌਜੂਦ ਹਾਂ। ਰਾਜਪੁਰਾ ਜਿਸ ਨੂੰ ਗੇਟਵੇ ਆਫ ਪੰਜਾਬ ਵੀ ਕਿਹਾ ਜਾਂਦਾ ਹੈ, ਇਸ ਹਲਕੇ ਦੇ ਵਿੱਚ ਮੌਜੂਦ ਹਾਂ ਕਿਉਂਕਿ ਸਿਆਸੀ ਸਰਗਰਮੀਆਂ ਜਿਹੜੀਆਂ ਨੇ ਪੁਰਜ਼ੋਰ ਤਰੀਕੇ ਦੇ ਨਾਲ ਸੂਬੇ ਦੇ ਵਿੱਚ ਜਾਰੀ ਹੈ। ਔਰ ਇਸੀ ਸਿਆਸੀ ਸਰਗਰਮੀਆਂ ਦੇ ਵਿੱਚ ਦੈਨਿਕ ਸਵੇਰਾ ਆਗੇ ਨੇਤਾ ਜੀ ਇੱਕ ਖਾਸ ਪ੍ਰੋਗਰਾਮ ਲੈ ਕੇ ਜਿਹੜੇ ਉਮੀਦਵਾਰ ਨੇ, ਜਿਹੜੇ ਲੋਕ ਨੇ, ਉਹਨਾਂ ਦੇ ਵਿੱਚ ਵਿਚਰਦਾ ਹੋਇਆ ਨਜ਼ਰ ਆ ਰਿਹਾ। ਗੱਲਬਾਤ ਕਰਾਂਗੇ ਚਰਨਜੀਤ ਸਿੰਘ ਬਰਾੜ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਰਾਜਪੁਰਾ ਹਲਕੇ ਤੋਂ। ਗੱਲਬਾਤ ਇਹਨਾਂ ਨਾਲ ਕਰਾਂਗੇ ਕਿਉਂਕਿ ਪ੍ਰਚਾਰ ਇਹਨਾਂ ਨੇ ਪਿਛਲੇ ਕਾਫੀ ਦਿਨਾਂ ਤੋਂ ਸ਼ੁਰੂ ਕੀਤਾ ਹੋਇਆ ਹੈ। ਹਲਕੇ ਦੇ ਵਿੱਚ ਇਹਨਾਂ ਨੂੰ ਰਿਸਪੌਂਸ ਵੀ ਮਿਲਦਾ ਨਜ਼ਰ ਆ ਰਿਹਾ। ਬਰਾੜ ਸਾਹਿਬ, ਲਗਾਤਾਰ ਇਸ ਹਲਕੇ ਦੇ ਵਿੱਚ ਪਿਛਲੇ ਕਾਫੀ ਮਹੀਨਿਆਂ ਤੋਂ ਜਮੇ ਹੋਏ ਹੋ, ਤੁਸੀਂ ਪ੍ਰਚਾਰ ਕਰ ਰਹੇ ਹੋ, ਪਾਰਟੀ ਦੇ ਸੰਗਠਨ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹੋ, ਕਿੱਦਾਂ ਦਾ ਰਿਸਪੌਂਸ ਮਿਲ ਰਿਹਾ? ਮੈਂ ਵਨੀਤ ਜੀ, ਸਭ ਤੋਂ ਪਹਿਲਾਂ ਤਾਂ ਤੁਹਾਡਾ ਤੇ ਦੈਨਿਕ ਸਵੇਰਾ ਟੀਮ ਦਾ ਸਾਰੇ ਦਾ ਧੰਨਵਾਦ ਕਰੂੰਗਾ ਕਿ ਤੁਸੀਂ ਅੱਜ ਰਾਜਪੁਰੇ ਨੂੰ ਵੇਖਣ ਦੇ ਲਈ ਆਏ ਹੋ। ਮੈਂ ਪਰਮਾਤਮਾ ਦਾ ਸ਼ੁਕਰੀਆ ਅਦਾ ਕਰੂੰਗਾ ਜਿਨ੍ਹਾਂ ਨੇ ਰਾਜਪੁਰੇ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਵਸ ਕੇ ਬਹੁਤ ਵੱਡਾ ਇੱਕ ਕਾਫਲਾ ਜਿਹੜਾ ਹੈ ਉਹ ਖੜਾ ਕੀਤਾ ਹੈ। ਇਸ ਲਈ ਮੈਂ ਪਰਮਾਤਮਾ ਦਾ ਹੀ ਸ਼ੁਕਰੀਆ ਅਦਾ ਕਰੂੰਗਾ। ਪਾਰਟੀ ਦੇ ਵਰਕਰ ਬਹੁਤ ਤਨਦੇਹੀ ਨਾਲ ਲੱਗੇ ਨੇ। ਸ਼੍ਰੋਮਣੀ ਅਕਾਲੀ ਦਲ ਦਾ ਕਾਫਲਾ ਦਿਨੋਂ ਦਿਨ ਵੱਧਦਾ ਜਾ ਰਿਹਾ। ਤੁਸੀਂ ਹੁਣ ਵੀ ਦੇਖਿਆ ਕਿ ਘੰਟੇ 2 ਘੰਟੇ ਦੇ ਬੈਠੇ ਵੇਟ ਕਰ ਰਹੇ ਸੀ ਜਿਹੜੇ ਕਈ ਪਰਿਵਾਰ, ਕੋਈ ਆਮ ਆਦਮੀ ਪਾਰਟੀ ਚੋਂ, ਕੋਈ ਕਾਂਗਰਸ ਚੋਂ, ਜਿਹੜੇ ਅਸੀਂ ਜੁਆਇਨ ਕਰਾਏ ਆ। ਐਸੇ ਤਰ੍ਹਾਂ ਹਾਲਾਤ ਇਸ ਕਿਸਮ ਦੇ ਬਣੇ ਆ ਕਿ ਹਰ ਰੋਜ਼ ਕਾਫਲਾ ਵੱਧ ਰਿਹਾ। ਪਰ ਪ੍ਰਮਾਤਮਾ ਮਿਹਰ ਕਰੇ ਕਿ ਰਾਜਪੁਰਾ ਸੀਟ ਜਿਹੜੀ ਹੈ ਉਹ ਬਹੁਤ ਵੱਖਰੇ ਰਿਜ਼ਲਟ ਜਿਹੜੇ ਆ ਪੇਸ਼ ਕਰੇਗੀ। ਇਹ ਮੈਂ ਪੂਰਨ ਆਸ ਤੇ ਭਰੋਸੇ ਨਾਲ ਗੱਲ ਕਰ ਸਕਦਾ। ਚੁਣੌਤੀ ਕਿੰਨੀ ਵੱਡੀ ਵੇਖਦੇ ਹੋ ਇਸ ਸੀਟ ਨੂੰ, ਕਿਉਂਕਿ ਇਸ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਗੱਠਜੋੜ ਦੇ ਚਲਤੇ ਚੋਣ ਨਹੀਂ ਲੜਦਾ ਸੀ। ਬੀਜੇਪੀ ਨੂੰ ਇਹ ਸੀਟ ਦੇ ਦਿੱਤੀ ਜਾਂਦੀ ਸੀ, ਹਾਲਾਂਕਿ ਸਪੋਰਟ ਬੀਜੇਪੀ ਨੂੰ ਜ਼ਰੂਰ ਰਹਿੰਦੀ ਸੀ। ਹੁਣ ਇਕੱਲੇ ਚੋਣ ਲੜਨ ਦਾ ਫੈਸਲਾ ਹੋਇਆ ਇਸ ਸੀਟ ਦੇ ਉੱਪਰ। ਕਿੰਨਾ ਕੁ ਮੁਕਾਬਲਾ ਕੜਾਵ ਸਮਝਦੇ ਹੋ ਸੀਟ ਤੇ? ਦੇਖੋ, ਇੱਕ ਗੱਲ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਬਹੁਤ ਵੱਡੀ ਚੁਣੌਤੀ ਸੀਗੀ, ਬਹੁਤ ਵੱਡਾ ਇਸ ਗੱਲ ਦੇ ਵਿੱਚ ਖਲਾਅ ਪੈਦਾ ਹੋਇਆ ਸੀ ਇੱਕ ਕਿਸਮ ਦਾ। ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਤੇ ਲੀਡਰ ਸੀ, ਉਲਟਾ ਬੀਜੇਪੀ ਦੀ ਲੀਡਰਸ਼ਿਪ ਉਹਨਾਂ ਨੂੰ ਪਿੱਛੇ ਧੱਕ ਕੇ ਰੱਖਦੀ ਸੀ। ਔਰ 35 ਸਾਲ ਬਾਅਦ ਸ਼੍ਰੋਮਣੀ ਅਕਾਲੀ ਦਲ ਇਹ ਸੀਟ ਤੇ ਲੜ ਰਿਹਾ ਹੈ। ਔਰ ਮੈਂ ਸਮਝਦਾ ਕਿ ਕਦੇ ਬਹੁਤਾ ਕੋਈ ਸੰਗਠਨ ਵੀ ਨਹੀਂ ਬਣਿਆ, ਬਹੁਤੀ ਪਾਰਟੀ ਦੀ ਮਜ਼ਬੂਤੀ ਨਾਲ ਲੀਡਰਸ਼ਿਪ ਨੂੰ ਉੱਭਰਨ ਦਾ ਮੌਕਾ ਹੀ ਨਹੀਂ ਮਿਲਿਆ, ਕਿਉਂਕਿ ਜਦੋਂ ਦੂਜੀ ਪਾਰਟੀ ਕੋਲੇ ਹਲਕਾ ਹੁੰਦਾ ਤੇ ਉਹ ਦਬਾਏ ਹੀ ਜਾਂਦੇ ਆ। ਇਸ ਕਰਕੇ ਅੱਜ ਬਹੁਤ ਮਿਹਨਤ ਦੀ, ਕੜੀ ਮਿਹਨਤ ਦੀ ਲੋੜ ਪਈ ਹੈ। ਪਰ ਪਿਛਲੇ 5-6 ਮਹੀਨਿਆਂ ਦੇ ਵਿੱਚ ਜਿਵੇਂ ਕਹਿੰਦੇ ਆ, ਨਵੇਂ ਬੀਜ ਬੋ ਕੇ ਵੀ ਅਸੀਂ ਬੂਟਾ ਹੌਲੀ ਹੌਲੀ ਵੱਡਾ ਕਰ ਲਿਆ। ਤੇ ਜੋ ਇੱਥੇ ਕਾਂਗਰਸ ਪਾਰਟੀ ਨੇ ਕੰਡੇ ਬੀਜੇ ਆ ਖੁਦ ਬ ਖੁਦ, ਕਿਉਂਕਿ ਇੱਥੋਂ ਦੇ ਵਿਧਾਇਕ ਨੂੰ ਇੱਕ ਵਹਿਮ ਹੋ ਗਿਆ ਸੀਗਾ ਕਿ ਮੈਂ ਤਾਂ ਰਹਿੰਦੀ ਦੁਨੀਆ ਤੱਕ ਹੀ ਸ਼ਾਇਦ ਰਹਿਣਾ, ਮੈਨੂੰ ਕੋਈ ਚੁਣੌਤੀ ਦੇਣ ਵਾਲਾ ਕੋਈ ਆਉਣਾ ਹੀ ਨਹੀਂਗਾ। ਇਸ ਕਰਕੇ ਪ੍ਰਮਾਤਮਾ ਨੇ ਉਹਦਾ ਵਿਨਾਸ਼ ਕਰਨ ਲਈ ਮੈਨੂੰ ਇੱਥੇ ਭੇਜਿਆ। ਔਰ ਜਿਸ ਕਿਸਮ ਦੇ ਧੱਕੇਸ਼ਾਹੀਆਂ, ਜਾਲੀ ਪਰਚੇ, ਲੋਕਾਂ ਦੀਆਂ ਜਾਇਦਾਦਾਂ ਤੇ ਕਬਜ਼ੇ, ਰਾਜਪੁਰੇ ਦਾ ਨਾਂ ਜਾਲੀ ਸ਼ਰਾਬ ਦੀਆਂ ਫੈਕਟਰੀਆਂ ਕਰਕੇ ਬਦਨਾਮ, ਸੱਟੇ ਕਰਕੇ ਬਦਨਾਮ, ਕਸੀਨੋ ਖੋਲ ਕੇ ਬਦਨਾਮ, ਕਰਪਸ਼ਨ ਦੀ ਜਿਹੜੀ ਹੈਗੀ ਉਹ ਚਰਮ ਸੀਮਾ ਤੇ ਹੈ। ਇਹ ਸਾਰੀਆਂ ਗੱਲਾਂ ਕਰਕੇ ਲੋਕ ਬਹੁਤ ਬੁਰੀ ਤਰ੍ਹਾਂ ਫੈਡ ਅਪ ਨੇ। ਮੈਂਬਰੀਆਂ ਤੱਕ ਲੜ ਨਹੀਂ ਦਿੱਤੀਆਂ, ਸਰਪੰਚੀਆਂ ਤੱਕ ਲੜ ਨਹੀਂ ਦਿੱਤੀਆਂ, ਮਿਊਨਿਸਪਲਟੀਆਂ ਤੱਕ ਕੁੱਟ ਕੇ ਜਿੱਤੇ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਇੱਕ ਸਾਰੇ ਲੋਕਤੰਤਰ ਦਾ ਘਾਣ ਹੀ ਕਰ ਦੋ, ਔਰ ਇਸ ਕਿਸਮ ਦਾ ਡਰ ਦਾ ਮਾਹੌਲ ਹੈ ਕਿ ਅੱਜ ਵੀ ਜਿਹੜਾ ਹੈਗਾ ਲੋਕ ਹਲੇ ਤੱਕ ਡਰ 'ਚ ਨੇ। ਭਾਵੇਂ ਇਲੈਕਸ਼ਨ ਕਮਿਸ਼ਨ ਅੱਜ ਕੱਲ੍ਹ ਕੰਟਰੋਲ 'ਚ ਹੈ, ਕਾਂਗਰਸ ਪਾਰਟੀ ਦਾ ਕੋਈ ਕੰਟਰੋਲ ਨਹੀਂ ਰਿਹਾਗਾ, ਪਰ ਫਿਰ ਵੀ ਲੋਕ ਜਿਵੇਂ ਕਹਿੰਦੇ ਆ ਪੁਰਾਣੇ ਉਸ ਦਬਦਬਾ ਤੋਂ ਡਰੀ ਜਾਂਦੇ ਆ। ਇਸ ਕਿਸਮ ਦੀ ਜਿਹੜੀ ਡਰ ਤੇ ਭੈ ਦੀ ਰਾਜਨੀਤੀ ਖਤਮ ਕਰਨ ਦੇ ਲਈ
ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਵਰਕਰ ਖੜਾ ਹੋਇਆ ਔਰ ਉਠਾਵਾਂਗੇ ਇਸ ਗੱਲ 'ਚ। ਤੁਸੀਂ ਮੁੱਦਿਆਂ ਦੀ ਤੇ ਗੱਲ ਕਰਤੀ, ਲੇਕਿਨ ਜਿਸ ਢੰਗ ਦੇ ਨਾਲ ਮੌਜੂਦਾ ਵਿਧਾਇਕ ਦੀ ਗੱਲ ਕਰੀਏ, 10 ਸਾਲ ਹੋ ਗਏ ਇਸ ਸੀਟ ਤੇ ਕਾਬਿਜ਼ ਨੇ ਔਰ ਅੱਗੇ ਵੀ ਕਹਿ ਰਹੇ ਨੇ ਕਿ ਵਿਕਾਸ ਦਾ ਮਾਡਲ ਲੈ ਕੇ ਮੈਂ ਜਨਤਾ ਦੇ ਵਿੱਚ ਵਿਚਰਦਾ ਨਜ਼ਰ ਆ ਰਿਹਾ ਔਰ ਆਹ ਮਾਡਲ ਮੇਰਾ ਜਿੱਤ ਦਵਾਉਂਦਾ ਹੋਇਆ ਮੈਨੂੰ ਨਜ਼ਰ ਆਊਗਾ। ਵਿਕਾਸ ਦਾ ਮਾਡਲ ਪਿਛਲੇ ਦਿਨਾਂ ਦੇ ਦੌਰਾਨ ਇੱਕ 6-7 ਮੌਤਾਂ ਬੱਚਿਆਂ ਦੀਆਂ ਹੋ ਗਈਆਂ ਸੀਗੀਆਂ, ਜਿਹੜਾ ਕਿ ਇਹ ਸੀਵਰੇਜ ਦਾ ਪਾਣੀ ਪੀਣ ਵਾਲੇ ਪਾਣੀ ਦੇ ਵਿੱਚ ਮਿਕਸ ਹੋ ਕੇ ਆ ਰਿਹਾ। ਵਿਕਾਸ ਦਾ ਮਾਡਲ ਬੱਸ ਅੱਡਾ ਇੱਥੋਂ ਦਾ ਬੰਦ ਪਿਆ, ਨਵਾਂ ਬਣਾ ਕੇ ਅਸੀਂ ਛੱਡ ਗਏ ਸੀ, ਉਹ ਇਹ ਤੋਂ ਚਾਲੂ ਨਹੀਂ ਕਰਾਇਆ ਗਿਆ, ਨਾ ਕੋਈ ਉੱਥੇ ਪੁਲ ਦੀ ਸੁਵਿਧਾ ਦਿੱਤੀ ਗਈ ਹੈ। ਵਿਕਾਸ ਦਾ ਮਾਡਲ ਇਹ ਹੈ ਕਿ ਨਹਿਰੀ ਪਾਣੀ ਇਸ ਇਲਾਕੇ ਦੇ ਵਿੱਚ ਨਹੀਂ ਹੈਗਾ। ਵਿਕਾਸ ਦਾ ਮਾਡਲ ਇਹ ਹੈਗਾ ਕਿ ਜਿਹੜੀਆਂ ਜਾਇਦਾਦਾਂ ਸਰਕਾਰੀ ਸੀ ਉਹ ਗਰੈਬ ਹੋ ਰਹੀਆਂ, ਔਰ ਜੇ ਪੱਕੀ ਸੜਕ ਵੀ ਕਾਲੀ ਹੈਗੀ ਹੈ ਉਹਦੇ ਉੱਤੇ ਟਾਈਲਾਂ ਲਾ ਕੇ, ਕਿਉਂਕਿ ਇੱਕ ਟਾਈਲਾਂ ਦਾ ਬੜਾ ਵੱਡਾ ਗੋਰਖ ਧੰਦਾ ਹੈ। ਨਰੇਗਾ ਵਾਲੇ ਮੁਲਾਜ਼ਮਾਂ ਨੂੰ ਤਨਖਾਹ ਮਿਲੇ ਨਾ ਮਿਲੇ, ਕੋਈ ਉਹਨਾਂ ਨੂੰ ਦਿਹਾੜੀਦਾਰਾਂ ਨੂੰ ਦਿਹਾੜੀ ਮਿਲੇ ਨਾ ਮਿਲੇ, ਪਰ ਇਹ ਕੰਮ ਕੀਤਾ ਜਾ ਰਿਹਾ। ਕਿਉਂ? ਕਿਉਂਕਿ ਇਹਦੇ ਵਿੱਚ ਵੀ ਬੜਾ ਵੱਡਾ ਘਪਲਾ ਹੈ। ਇਸ ਕਰਕੇ ਮੈਂ ਇੱਕ ਗੱਲ ਕਹਾਂ ਕਿ ਲੋਕਲ ਵਿਧਾਇਕ ਦਾ ਤਾਂ ਡਿਵੈਲਪਮੈਂਟ ਨਹੀਂ ਤਾਂ ਧਿਆਨ ਹੀ ਨਹੀਂ ਸੀ, ਉਹਦਾ ਤਾਂ ਇਕੱਲਾ ਲੁੱਟੋ ਤੇ ਕੁੱਟੋ, ਮਤਲਬ ਕੁੱਟ ਕੇ ਜੇ ਕੋਈ ਲੜਾਈ ਕਿਸੇ ਦੀ ਦੋ ਤਰ੍ਹਾਂ ਦੀ ਹੋ ਗਈ ਹੈ, ਜਾਂ ਤਾਂ ਗਲ 'ਚ ਪਰਨਾ ਪਵਾ ਲਓ ਤੇ ਜਾਂ ਪਰਚਾ ਪਵਾ ਲਓ, ਦੋ ਹੀ ਤਰ੍ਹਾਂ ਦੀ ਰਾਜਨੀਤੀ ਰਹੀ ਹੈ। ਇਸ ਕਿਸਮ ਦੀ ਗੰਦੀ ਰਾਜਨੀਤੀ ਤੋਂ ਲੋਕ ਖਹਿੜਾ ਛਡਵਾਉਣਾ ਚਾਹੁੰਦੇ। ਇਸ ਤਰ੍ਹਾਂ ਦੀ ਰਾਜਨੀਤੀ ਦੇ ਵਿੱਚ ਅਸਲ ਮੁੱਦਿਆਂ ਦੀ ਜੇਕਰ ਗੱਲ ਕਰੀਏ, ਕਿਆ ਲੋਕ ਭਰੋਸਾ ਕਰ ਪਾਣਗੇ ਕਿ ਉਹਨਾਂ ਮੁੱਦਿਆਂ ਦੇ ਸਾਰੇ ਉਹ ਤੁਹਾਨੂੰ ਜਿੱਤ ਦਵਾ ਪਾਣ? ਦੇਖੋ, ਮੈਂ ਇੱਕ ਗੱਲ ਕਹਾਂ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਜਿਸ ਕਿਸਮ ਦੀ ਮੇਰੀ ਨੇੜਤਾ ਹੈ, ਪਿਆਰ ਹੈ, ਔਰ ਜਿਵੇਂ ਪਹਿਲਾਂ ਵੀ ਮੈਂ ਉਹਨਾਂ ਦੇ ਦਫ਼ਤਰ ਦਾ ਕੰਮ ਕਰਦਾ ਰਿਹਾ ਔਰ ਅੱਗੇ ਵੀ ਪ੍ਰਮਾਤਮਾ ਮਿਹਰ ਕਰੇ ਕਿ ਉਹ ਮੁੱਖ ਮੰਤਰੀ ਬਣਨ ਤੇ ਅੱਗੇ ਵੀ ਦਫ਼ਤਰ ਦਾ ਕੰਮ ਕਰਨਾ ਹੈ। ਔਰ ਉਸ ਦਫ਼ਤਰੀ ਕੰਮ ਦੇ ਵਿੱਚ ਫਿਰ ਕਿਹੜਾ ਕੰਮ ਮੈਂ ਰਾਜਪੁਰੇ ਦਾ ਕਰਨਾ ਹੈ, ਕਿਹੜਾ ਵੱਧ ਕਰਨਾ ਹੈ, ਕਿਹੜਾ ਘੱਟ ਕਰਨਾ ਹੈ, ਨਾ ਮੈਨੂੰ ਮੁੱਖ ਮੰਤਰੀ ਸਾਹਿਬ ਨੇ ਰੋਕਣਾ ਹੈ, ਨਾ ਮੈਂ ਪੁੱਛ ਕੇ ਕਰਨਾ ਹੈ। ਇਸ ਕਰਕੇ ਮੈਂ ਤਾਂ ਰਾਜਪੁਰੇ ਵਾਲਿਆਂ ਨੂੰ ਤਾਂ ਇੱਕ ਬਹੁਤ ਵੱਡਾ ਸੁਭਾਗਾ ਮੌਕਾ ਮਿਲਿਆ, ਇੱਕ ਲੋਟਰੀ ਨਿਕਲੀ ਹੈ। ਲੋਟਰੀ ਹਰਦਿਆਲ ਵਾਲੀ ਸੱਟਾ ਨਹੀਂ ਜੋ ਇੱਥੇ ਚੱਲਦਾ ਹੈ, ਅਸਲੀ ਲੋਟਰੀ ਨਿਕਲੀ ਹੈ ਕਿ ਲੋਕਾਂ ਨੇ ਜਿਤਾਉਣਾ ਤੇ ਇੱਕ ਐਮਐਲਏ ਹੈ ਔਰ ਤਾਕਤ ਪਾਉਣੀ ਹੈ 60 ਐਮਐਲਏਆਂ ਦੀ। ਔਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਇੱਥੇ ਖੁਦ ਐਲਾਨ ਕਰਕੇ ਗਏ ਸੀ ਕਿ ਇਹ ਜਿਹੜਾ ਰਾਜਪੁਰਾ ਹੈ ਇਹਦਾ ਮੋਹਾਲੀ ਦੀ ਤਰਜ਼ ਤੇ ਜਿਹੜਾ ਹੈਗਾ ਉਹ ਵਿਕਾਸ ਕਰਾਇਆ ਜਾਊਗਾ। ਜਦੋਂ ਮੋਹਾਲੀ ਦੀ ਤਰਜ਼ ਤੇ ਵਿਕਾਸ ਕਰਾਵਾਂਗੇ ਤੇ ਜਿਹੜੇ ਡਿਵੈਲਪਮੈਂਟ ਹੋਣ ਦੇ ਨਾਲ ਜਾਂ ਵੱਡੇ ਕੋਈ ਕਾਰਖਾਨੇ ਆਉਣ ਦੇ ਨਾਲ ਇੱਥੇ ਰੁਜ਼ਗਾਰ ਦੇ ਮੌਕੇ ਖੁਦ ਬ ਖੁਦ ਪੈਦਾ ਹੋਣਗੇ। ਅੱਜ ਇੱਥੇ ਤੁਸੀਂ ਵਿਕਾਸ ਦੇ ਮਾਡਲ ਦੀ ਮੈਂ ਤੁਹਾਨੂੰ ਮੂੰਹ ਬੋਲਦੀ ਤਸਵੀਰ ਦਾ ਇੱਕ ਹੋਰ ਨਮੂਨਾ ਪੇਸ਼ ਕਰ ਦਿੰਦਾ। ਸਾਰੇ ਸ਼ਹਿਰ 'ਚ ਖੰਭਿਆਂ ਤੇ ਲੱਗੇ ਪਏ ਆ ਕਿ ਮੈਂ ਇੰਡਸਟਰੀਅਲ ਪਾਰਕ ਲੈ ਕੇ ਆਇਆ। ਜ਼ਮੀਨ ਖਰੀਦਣ ਦੇ ਵਿੱਚ ਤਾਂ ਬਹੁਤ ਵੱਡਾ ਗੋਰਖ ਧੰਦਾ ਹੋਇਆ, ਉਹਦੀ ਵੀ ਪੜਤਾਲ ਕਰਾਵਾਂਗੇ। ਪਰ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਜਿੱਥੇ ਕਹਿੰਦੇ ਇੰਡਸਟਰੀਅਲ ਪਾਰਕ ਬਣਾਇਆ, ਵੇਖ ਕੇ ਤਾਂ ਆਇਓ, ਖਾਲੀ ਖੇਤਾਂ ਤੋਂ ਇਲਾਵਾ ਕੁਝ ਹੈ? ਐਸੇ ਤਰ੍ਹਾਂ ਦਾ ਹਰ ਤਰ੍ਹਾਂ ਦਾ ਮਾਡਲ ਹੈ। ਫੁਹਾਰਾ ਚੌਂਕ ਨੂੰ ਬਣਾ ਕੇ ਤੇ ਉਹ ਲਾਈਟਾਂ ਪੋਲਾਂ ਤੇ 30 ਰੁਪਏ ਮੀਟਰ ਵਾਲੀ ਇੱਕ ਲਾਈਟਾਂ ਜਗਦੀਆਂ ਵਾਲੀ ਉਹ ਪਾਈਪ ਜੀ ਵਲੇਟ ਕੇ ਕਹਿੰਦੇ ਸਿੰਗਾਪੁਰ ਬਣਾਤਾ। ਔਰ ਉਹ ਫੁਹਾਰੇ ਦੀ ਜੇ ਮੈਂ ਪੜਤਾਲ ਕਰਨੀ ਸ਼ੁਰੂ ਕੀਤੀ ਤੇ ਉਹਦੇ ਵੀ 2-3 ਜਗ੍ਹਾ ਤੋਂ ਪੈਸੇ ਪਏ ਆ। 30, 40, 25 ਲੱਖ ਦਾ ਤੁਸੀਂ ਫੁਹਾਰਾ ਬਣਾ ਕੇ ਆਖੋ ਡਿਵੈਲਪਮੈਂਟ ਕਰਾਈ ਹੈ। ਤਾਂ ਇਹ ਓਵਰ ਬ੍ਰਿਜ ਜਿਹੜਾ ਚੱਲਦਾ ਤੁਸੀਂ ਦੇਖਦੇ ਹੋ, ਇਹ ਸਾਡੀ ਸਰਕਾਰ ਨੇ ਬਣਾਇਆ। ਇਹ ਸੜਕ ਜਿਹੜੀ ਤੁਸੀਂ ਸਾਹਮਣੇ ਦੇਖਦੇ ਹੋ 4 ਲੇਨ ਸ਼ਹਿਰ ਵਿੱਚ ਦੀ, ਇਹ ਸਾਡੀ ਸਰਕਾਰ ਨੇ ਬਣਾਈ। 200 ਬੈੱਡ ਦਾ ਹਸਪਤਾਲ ਜਦੋਂ ਅਪਗ੍ਰੇਡ ਹੋਇਆ ਸੀ ਉਹ ਸਾਡੇ ਸਮੇਂ ਹੋਇਆ ਸੀ। ਅੰਡਰ ਬ੍ਰਿਜ ਬਣਵਾਏ, ਬਹੁਤ ਸਾਰੇ ਐਸੇ ਕੰਮ ਸੀ ਜਿਹੜੇ ਸਾਡੇ ਵੇਲੇ ਹੋ ਕੇ ਜਿਹੜੇ ਆ ਉਹ ਹਟੇ ਸੀ। ਪਰ ਇਹਨਾਂ ਨੇ ਤਾਂ ਸਾਰਾ ਸਿਸਟਮ ਹੀ ਤੈਸ਼ ਨੈਸ਼ ਕਰਤਾ। ਕੱਲਾ ਸਵਾਏ ਲੁੱਟਣ ਕੁੱਟਣ ਤੋਂ ਕੋਈ ਉਸ ਪਾਸੇ ਧਿਆਨ ਨਹੀਂ ਦਿੱਤਾ। ਔਰ ਕਾਂਗਰਸ ਪਾਰਟੀ ਨੂੰ ਲੋਕ ਵੈਸੇ ਹੀ ਚੱਲਦਾ ਕਰਨ ਨੂੰ ਬੈਠੇ ਆ। ਔਰ ਜਿਸ ਕਿਸਮ ਦੇ ਅੱਜ ਹਾਲਾਤ ਬਣੇ ਨੇ, ਅਸੀਂ ਐਲੀਗੇਸ਼ਨ ਲਾਉਂਦੇ ਸੀ ਕਿ ਵੱਡੀ ਪੱਧਰ ਤੇ ਮਾਈਨਿੰਗ ਹੋ ਰਹੀ ਹੈ, ਮੁੱਖ ਮੰਤਰੀ ਖੁਦ ਉਹਦਾ ਮਾਈਨਿੰਗ ਦਾ ਸਰਗਨਾ ਬਣਿਆ। ਅੱਜ ਕਰੋੜਾਂ ਰੁਪਏ ਜਿਸ ਤਰ੍ਹਾਂ ਢੇਰ ਲੱਗੇ ਫੜੇ ਗਏ ਹੈ, ਜਿਹੜਾ ਆਪਣੇ ਆਪ ਨੂੰ ਆਮ ਤੇ ਗਰੀਬ ਘਰ ਦਾ ਦੱਸਦਾ ਹੈ। ਮੈਂ ਤਾਂ ਪ੍ਰਮਾਤਮਾ ਅੱਗੇ ਬੇਨਤੀ ਕਰਦਾ ਕਿ ਪ੍ਰਮਾਤਮਾ ਇਹਨਾਂ ਵਰਗਾ ਗਰੀਬ ਸਾਡੇ ਹਰੇਕ ਪੰਜਾਬੀ ਨੂੰ ਬਣਾ ਦੇ ਤੇ ਗਰੀਬੀ ਆਪੇ ਨਿਕਲ ਜਾਊਗੀ। ਇਸ ਕਰਕੇ ਇਹ ਲੁੱਟ ਖਸੁੱਟ ਜਿਹੜੀ ਹੈ ਇੰਨੀ ਕੁ ਕੀਤੀ ਹੈ ਕਾਂਗਰਸ ਪਾਰਟੀ ਨੇ, ਇਹ ਕਿਤੇ ਲੜਾਈ 'ਚ ਹੀ ਨਹੀਂ ਰਹਿਣੇ। ਤੁਸੀਂ ਇਹਨਾਂ ਦੀ ਤੇ ਕਾਰਗੁਜ਼ਾਰੀ ਗਿਣਾਤੀ, ਲੇਕਿਨ ਤੁਹਾਡੇ ਜਿਹੜੇ ਭਾਈਵਾਲ ਰਹੇ ਨੇ, ਹੁਣ ਗੱਠਜੋੜ ਟੁੱਟ ਗਿਆ, ਉਹਨਾਂ ਦੀ ਚੁਣੌਤੀ ਨੂੰ ਕਿੱਦਾਂ ਦੇਖਦੇ ਹੋ? ਕਿਉਂਕਿ ਹਮੇਸ਼ਾ ਉਹੀ ਇਸ ਸੀਟ ਤੇ ਚੋਣ ਲੜਦੇ ਨਜ਼ਰ ਆਏ ਨੇ ਔਰ ਪਿਛਲੀ ਵਾਰ ਵੀ ਹਾਲਾਂਕਿ ਚਲੋ ਸੀਟ ਨਹੀਂ ਮਿਲੀ, ਲੇਕਿਨ ਵੋਟ ਪਰਸੈਂਟੇਜ ਕਾਫੀ ਜ਼ਿਆਦਾ ਸੀ ਉਹਨਾਂ ਦਾ। ਮੈਂ ਉਹ ਟਰੱਕ ਕਰਨੀ ਮੇਰੀ ਨਿਗਾਹ ਜਾ ਰਹੀ ਹੈ ਜਦੋਂ ਦਾ ਮੈਂ ਪੁੱਛ ਰਿਹਾ। ਜੇ ਤੁਹਾਡੀ ਵੀ ਨਿਗਾਹ ਜਾਂਦੀ ਹੈ ਤਾਂ ਪੁੱਛ ਲਓ। ਪੰਜਾਬ ਦੇ ਲੋਕਾਂ ਨੇ ਬੀਜੇਪੀ ਦਾ ਉਹ ਹਾਲ ਕਰ ਰੱਖਿਆ ਕਿਉਂਕਿ ਇਹਨਾਂ ਨੇ ਆਪਦੇ ਪੈਰੀਂ ਘੋੜਾ ਆਪ ਮਾਰਿਆ। ਇਹ ਅਸੀਂ ਨਹੀਂ ਮਾਰਿਆ, ਇਹ ਸਾਡੇ ਮੋਢਿਆਂ ਤੇ ਚੜ੍ਹ ਕੇ ਰਾਜ ਕਰਦੇ ਸੀ। ਬੰਦੇ ਅਸੀਂ ਇਕੱਠੇ ਕਰਦੇ ਸੀ, ਜਹਾਜ਼ ਤੇ ਆਉਂਦੇ ਸੀ, ਬੋਲ ਕੇ ਦਿੱਲੀ ਨੂੰ ਚਲੇ ਜਾਂਦੇ ਸੀ। ਆ ਪਹਿਲੀ ਰੈਲੀ ਆਪ ਦੀ ਆਪ ਬੋਲਣਾ ਸੀ। ਕੀ ਹਾਲਾਤ ਹੋਇਆ? ਹਾਲਾਂਕਿ ਇਹ ਕਾਂਗਰਸ ਪਾਰਟੀ ਨੇ ਵੱਡੀ ਗਲਤੀ ਕੀਤੀ ਹੈ।
ਪ੍ਰਧਾਨ ਮੰਤਰੀ ਨੂੰ ਰੋਕਣਾ ਨਹੀਂ ਸੀ ਚਾਹੀਦਾ, ਖਾਲੀ ਕੁਰਸੀਆਂ ਤੱਕ ਜਾਣ ਦਿੰਦੇ, ਚੰਗਾ ਹੋਰ ਵੱਡੇ ਪੱਧਰ ਤੇ ਜਲੂਸ ਨਿਕਲਦਾ। ਇਸ ਕਰਕੇ ਉਹ ਤਾਂ ਜਿਹੜੀ ਸੁਰੱਖਿਆ ਦਾ ਮਾਮਲਾ ਜਿੱਥੇ ਆਉਂਦਾ ਉੱਥੇ ਤਾਂ ਅਸੀਂ ਇਸ ਗੱਲ ਦੇ ਹੱਕ 'ਚ ਨਹੀਂ ਹੈ। ਪਰ ਮੈਂ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਭਾਰਤੀ ਜਨਤਾ ਪਾਰਟੀ ਨੇ ਆਪਦੇ ਪੈੜੀਂ ਆਪ ਕੁਹਾੜਾ ਮਾਰਿਆ। ਇੱਥੋਂ ਦੇ ਜਿਹੜੇ ਕਾਲੇ ਬਿੱਲ ਬਣਾ ਕੇ ਲੋਕਾਂ ਦੇ ਦਿਲਾਂ ਤੇ ਗਹਿਰੀ ਸੱਟ ਆ, ਔਰ ਬੀਜੇਪੀ ਨੂੰ ਵੋਟ ਨਹੀਂ ਪੈਣੀ। ਔਰ ਆਮ ਆਦਮੀ ਪਾਰਟੀ ਦਾ ਜੇ ਤੁਸੀਂ ਹਾਲ ਦੇਖ ਲਓ, ਉਹੀ ਹਾਲ ਉਹਨਾਂ ਦਾ। ਅੱਜ ਉਹੀ ਭਗਵੰਤ ਮਾਨ ਹੈ ਜਿਹਨੂੰ ਸੀਐਮ ਦਾ ਚਿਹਰਾ ਲਾਣਿਆ। ਜੇ ਪਿਛਲੀਆਂ ਵਿਧਾਨ ਸਭਾ ਦੀ ਵੋਟ ਪਰਸੈਂਟੇਜ 23% ਸੀ, ਭਗਵੰਤ ਮਾਨ ਹੀ ਪ੍ਰਧਾਨਗੀ 'ਚ ਇਹ ਐਮਪੀ ਦਾ ਇਲੈਕਸ਼ਨ ਲੜਿਆ, ਆਪਣੀ ਸੀਟ ਤਾਂ ਬਚਾ ਗਿਆ ਤੇ 7% ਜਿਹੜੀ ਹੈ ਟੋਟਲ ਸੀਟ ਵੋਟਿੰਗ ਰਹਿ ਗਈ ਹੈ। ਔਰ ਅੱਜ 20 ਚੋਂ 12 ਐਮਐਲਏ ਹੈਣਗੇ। ਲੋਕ ਪੰਜਾਬ ਦੇ ਸਟੇਬਲ ਸਰਕਾਰ ਚਾਹੁੰਦੇ ਆ, ਲੋਕ ਪੰਜਾਬ ਦੇ ਵਿਜ਼ਨਰੀ ਮੁੱਖ ਮੰਤਰੀ ਚਾਹੁੰਦੇ ਆ। ਲੋਕ ਪੰਜਾਬ ਬੰਦਿਆਂ ਨੇ ਚੁਟਕਲੇ ਨਹੀਂ ਸੁਣਨੇ, ਚੁਟਕਲੇ ਤਾਂ ਅਸੀਂ ਮੁੱਲ ਸੁਣ ਲਾਂਗੇ, ਟੇਪਾਂ ਖਰੀਦ ਲਾਂਗੇ, ਇਹਨਾਂ ਦੀ ਲੋੜ ਪਊਗੀ। ਪਰ ਇਹ ਥੋੜਾ ਕਿ ਇਹੋ ਜਿਹੇ ਬੰਦੇ ਦੇ ਹੱਥ ਦੇ ਵਿੱਚ ਪੰਜਾਬ ਫੜਾ ਦਿਓ। ਸਾਡੀ ਬਾਰਡਰ ਸਟੇਟ ਹੈ, ਜਿਹਨੂੰ ਆਪਦੀ ਮਾਂ ਨੂੰ ਨਾਲ ਕੱਢ ਕੇ ਤੇ ਸਹੁੰ ਖਵਾ ਕੇ ਤੇ ਫਿਰ ਵਰਕਰਾਂ ਨੂੰ ਭਰੋਸਾ ਦੇਣਾ ਪਵੇ ਕਿ ਮੈਂ ਮਾਂ ਦੀ ਸਹੁੰ ਖਾਨਾ ਤੇ ਮੈਂ ਦਾਰੂ ਨਹੀਂ ਪੀਊਂਗਾ। ਤੇ 7 ਦਿਨਾਂ ਬਾਅਦ ਤੁਸੀਂ ਵੀ ਕੋਲੇ ਹੀ ਸੀ ਜਦੋਂ ਚੰਡੀਗੜ੍ਹ 'ਚ ਮੀਡੀਆ ਵਾਲੇ ਸੱਜਣਾ ਨਾਲ ਦਾਰੂ ਪੀ ਕੇ ਫੇਰ ਉਲਝ ਪਏ ਸੀ, ਲੋਕ ਸਭਾ ਦੇ ਵਿੱਚ ਵੀ ਦਾਰੂ ਪੀ ਕੇ ਉਲਝ ਪਏ ਸੀ। ਪੰਜਾਬ ਦੇ ਲੋਕ ਐਕਸਪੈਰੀਮੈਂਟ ਨਹੀਂ ਚਾਹੁੰਦੇ, ਪੰਜਾਬ ਦੇ ਲੋਕ ਇਹ ਚੌਂਕੇ ਛਿੱਕੇ ਨਹੀਂ ਚਾਹੁੰਦੇ, ਪੰਜਾਬ ਦੇ ਲੋਕ ਵਿਜ਼ਨਰੀ। ਮੈਂ ਇੱਕ ਗੱਲ ਕਹਾਂ, ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਕਿਹਾ ਸੀ ਕਿ ਮੈਂ ਬਿਜਲੀ ਸਰਪਲਸ ਕਰ ਦੂੰ, ਕੋਈ ਯਕੀਨ ਮੰਨਦਾ ਸੀ? ਸਰਪਲਸ ਕੀਤੀ। ਜਦੋਂ ਕਿਹਾ ਸੀ 4 ਲੇਨ ਤੇ 6 ਲੇਨ ਸੜਕਾਂ ਨਾਲ ਡਿਸਟ੍ਰਿਕਟ ਹੈੱਡਕੁਆਟਰ ਨੂੰ ਜੋੜ ਦਾਂਗੇ, ਕੋਈ ਮੰਨਦਾ ਸੀ? ਅੱਜ ਸਾਰੇ ਜੋੜੀਆਂ। ਜੇ ਕਿਹਾ ਸੀ ਇੰਟਰਨੈਸ਼ਨਲ ਇੱਕ 에ਅਰਪੋਰਟ ਹੋਰ ਬਣਾ ਦਾਂਗੇ ਤੇ ਲੋਕ ਹੱਸਦੇ ਸੀ ਕਿ ਐਡਾ ਕੁ ਪੰਜਾਬ ਹੈ, ਦੂਜਾ ਕਿਵੇਂ ਬਣ ਸਕਦਾ ਹੈ? ਇਹ ਵੱਖਰੀ ਗੱਲ ਆ। ਕੇਂਦਰ ਦੀ ਸਰਕਾਰ ਫਲਾਈਟਾਂ ਉੱਤਰ ਨਹੀਂ ਦਿੰਦੀ, ਨਹੀਂ ਤਾਂ 4000 ਕਰੋੜ ਰੁਪਈਆ ਸਾਡੇ ਪੰਜਾਬੀਆਂ ਦਾ ਬਜਟ ਜਿਹੜਾ ਬਾਹਰਲੇ ਮੁਲਕਾਂ ਨੂੰ ਚੜਾਉਣ ਲਈ ਦਿੱਲੀ ਦੇ ਚੱਕਰ ਸਾਡੇ ਲੱਗਦੇ ਆ, ਮੌਤਾਂ ਤੱਕ ਹੁੰਦੀਆਂ। ਬਰਾੜ ਸਾਹਿਬ ਹਜੇ ਵੀ ਕੇਜਰੀਵਾਲ ਸਾਹਿਬ ਜਿਸ ਢੰਗ ਦਾ ਨਾਲ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ, ਕਹਿੰਦੇ ਇੱਕ ਮੌਕਾ ਦੇ ਕੇ ਦੇਖ ਲਓ, ਜੇਕਰ ਪੰਜਾਬ ਦਾ ਸੁਧਾਰ ਨਾ ਹੋਇਆ ਤੇ ਦੂਜੀ ਵਾਰ ਕਿਸੇ ਹੋਰ ਨੂੰ ਬਣਾ ਦੇਣਾ। ਕਹਿੰਦੇ ਤੁਸੀਂ ਇੰਨੇ ਸਾਲ ਰਿਵਾਇਤੀ ਪਾਰਟੀਆਂ ਤੇ ਭਰੋਸਾ ਕੀਤਾ, ਇੱਕ ਵਾਰ ਮੇਰੇ ਤੇ ਵੀ ਭਰੋਸਾ ਕਰਕੇ ਵੇਖ ਲਓ। ਦਿੱਲੀ ਦੇ ਵਿੱਚ ਕੀ ਹੋਇਆ? ਸਭ ਤੋਂ ਪਹਿਲਾਂ ਉਹਨੇ ਵਾਅਦਾ ਕੀਤਾ ਸੀ ਕਿ ਜਿਹੜੇ ਇਹ ਰਿਹਾਇਸ਼ੀ ਇਲਾਕੇ ਉਹਨਾਂ 'ਚ ਮੈਂ ਠੇਕੇ ਨਹੀਂ ਖੋਲੂੰਗਾ। 1000 ਠੇਕਾ ਨਵਾਂ ਖੋਲਤਾ, 200 ਤਾਂ ਕੱਲੀਆਂ ਕਹਿੰਦੇ ਸ਼ਾਇਦ ਲੇਡੀਜ਼ ਲਈ ਖੋਲਤਾ। ਇਹ ਅਸੀਂ ਥੋੜੀ ਕਿਹਾ, ਉਹਦੇ ਸਾਥੀ ਕੁਮਾਰ ਵਿਸ਼ਵਾਸ ਨੇ ਕਿਹਾ ਕਿ 500 ਕਰੋੜ ਦਾ ਲੈਣ ਦੇਣ ਹੋ ਗਿਆ। ਅਸੀਂ ਥੋੜੀ ਕਿਹਾ ਕਿ ਉਹ ਵਪਾਰੀਆਂ ਨੂੰ ਦੋਵਾਂ ਨੂੰ ਟਿਕਟਾਂ ਦਿੱਤੀਆਂ। ਮੈਂ ਤੁਹਾਨੂੰ ਸਵਾਲ ਪੁੱਛਦਾ ਹਾਂ ਕਿ ਉਸ ਬੰਦੇ ਤੇ ਕੌਣ ਭਰੋਸਾ ਕਰੂਗਾ? ਕੀ ਅੰਨਾ ਹਜ਼ਾਰੇ ਨੂੰ ਰਾਜ ਸਭਾ 'ਚ ਨਹੀਂ ਸੀ ਜਾਣਾ ਚਾਹੀਦਾ? ਉਹਦੀ ਥਾਂ ਤੇ 50 ਕਰੋੜੀ ਕਿ 100 ਕਰੋੜੀ ਜਿਹੜਾ ਕੋਈ ਰਾਜ ਸਭਾ 'ਚ ਭੇਜਿਆ ਹੈ, ਇਹ ਉਹਦੀ ਥਾਂ ਤੇ ਪ੍ਰਸ਼ਾਂਤ ਭੂਸ਼ਣ ਨੂੰ ਨਹੀਂ ਸੀ ਜਾਣਾ ਚਾਹੀਦਾ? ਕੁਮਾਰ ਵਿਸ਼ਵਾਸ ਨੂੰ ਨਹੀਂ ਸੀ ਜਾਣਾ ਚਾਹੀਦਾ? ਜੋਗਿੰਦਰ ਯਾਦਵ ਨੂੰ ਨਹੀਂ ਸੀ ਜਾਣਾ ਚਾਹੀਦਾ? ਇਹਦੀ ਕਿਹੜੀ ਗੱਲ ਤੇ ਯਕੀਨ ਕਰੀਏ? ਇਹ ਤਾਂ ਕਹਿੰਦਾ ਸਿਆਸਤ ਨਹੀਂ ਕਰੂੰਗਾ, ਫਿਰ ਇਲੈਕਸ਼ਨ ਵੇਲੇ ਕਹਿੰਦਾ ਸੀ ਮੈਂ ਕਿਸੇ ਨਾਲ ਸਮਝੌਤਾ ਨਹੀਂ ਕਰੂੰਗਾ। ਬੱਚਿਆਂ ਦੀ ਸਹੁੰ ਖਾ ਕੇ ਮੁੱਕਰ ਗਿਆ। ਔਰ ਸਾਡੇ ਪੰਜਾਬ ਦੇ ਮਾਸ਼ਰੇ 'ਚ ਹੈ, ਪੰਜਾਬੀਆਂ ਦੇ ਦਿਲ ਦੇ ਬੜੀ ਗੱਲ ਨੇੜੇ ਹੈ ਕਿ ਜੇ ਕੋਈ ਬੰਦਾ ਸਹੁੰ ਖਾ ਕੇ ਮੁੱਕਰ ਜੇ ਤੇ ਉਹਦੇ ਤੇ ਯਕੀਨ ਕੌਣ ਕਰਦਾ? ਅੱਜ ਕੈਪਟਨ ਅਮਰਿੰਦਰ ਤੇ ਕੋਈ ਕਰਦਾ ਯਕੀਨ? ਤੇ ਕੇਜਰੀਵਾਲ ਨੇ ਤਾਂ ਆਪਦੇ ਬੱਚਿਆਂ ਦੀ ਸਹੁੰ ਖਾਦੀ ਸੀ। ਫਿਰ ਗਰੰਟੀਆਂ ਦਿੰਦਾ, ਕਹਿੰਦਾ ਮੈਂ 300 ਯੂਨਿਟ ਬਿਜਲੀ ਫ੍ਰੀ ਦੇਊਂਗਾ। ਜਿੱਥੇ ਬਜਟ ਕਹਿੰਦਾ ਮੇਰਾ ਸਰਪਲਸ ਹੈ ਦਿੱਲੀ ਦੇ ਵਿੱਚ, ਉੱਥੇ ਤਾਂ 300 ਯੂਨਿਟ ਦਿੰਦਾ ਨਹੀਂ, ਪੰਜਾਬ ਵਾਲਿਆਂ ਨੂੰ ਝੂਠੀਆਂ ਗਰੰਟੀਆਂ ਵੰਡਦਾ ਫਿਰਦਾ। ਫਿਰ ਕਹਿੰਦਾ ਮੈਂ 1000 ਰੁਪਇਆ ਬੀਬੀਆਂ ਦੇ ਅਕਾਊਂਟ 'ਚ ਪਾਊਂਗਾ। ਤੂੰ 10000 ਪਾ, ਅਸੀਂ ਕਦੋਂ ਕਹਿੰਦੇ ਨਾ ਪਾ, ਪਰ ਜਿੱਥੇ ਤੇਰਾ ਬਜਟ ਸਰਪਲਸ ਹੈ ਉੱਥੇ ਤਾਂ ਪਾ ਦੇ। ਇਹ ਵੈਸੇ ਹੀ ਐਂਟੀ ਪੰਜਾਬ ਹੈ। ਮੈਂ ਇੱਕ ਬੇਨਤੀ ਕਰਾਂ ਕਿ ਜਦੋਂ SYL ਦਾ ਮੁੱਦਾ ਆਇਆ ਤਾਂ ਇਹਨੇ ਐਫੀਡੈਵਿਟ ਦਿੱਤਾ ਕਿ ਜਿਹੜਾ ਹੈਗਾ ਪੰਜਾਬ ਦਾ ਪਾਣੀ ਹਰਿਆਣੇ ਤੇ ਦਿੱਲੀ ਨੂੰ ਮਿਲਣਾ ਚਾਹੀਦਾ। ਔਰ ਥਰਮਲਾਂ ਦੇ ਮੁੱਦੇ ਤੇ ਇਹਨੇ ਸੁਪਰੀਮ ਕੋਰਟ 'ਚ ਕੇਸ ਪਾਇਆ ਕਿ ਇਹ ਜਿਹੜੇ ਥਰਮਲ ਬੰਦ ਹੋਣੇ ਚਾਹੀਦੇ ਆ, ਕਿਉਂਕਿ ਕਹਿੰਦਾ ਮੇਰੇ ਦਿੱਲੀ ਧੂਆਂ ਆਉਂਦਾ। ਆ ਰਾਜਪੁਰੇ ਦੇ ਸਿਰ ਤੇ ਸਾਡੇ ਥਰਮਲ ਲੱਗਿਆ, ਆ ਇੰਨੇ ਬੰਦੇ ਖੜੇ ਆ, ਤੁਸੀਂ ਕੈਮਰਾ ਲੈ ਕੇ ਸਾਰੇ ਸ਼ਹਿਰ 'ਚ ਕਿਸੇ ਨੂੰ ਪੁੱਛ ਲਿਓ ਕਿ ਥਰਮਲ ਦੇ ਧੂਏ ਨਾਲ ਕੋਈ ਬਿਮਾਰ ਹੋਇਆ ਕਦੇ, ਜਾਂ ਥਰਮਲ ਦੇ ਧੂਏ ਕਰਕੇ ਪੰਜਾਬ 'ਚ ਕੋਈ ਮੌਤ ਹੋਈ ਹੈ? ਤੇ ਇਹ ਮੈਂ ਤਾਂ ਅੱਜ ਹੈਰਾਨ ਹੈ। ਦੋਨੋਂ ਮਾਮਲੇ ਮੈਂ ਸੁਪਰੀਮ ਕੋਰਟ ਦਾ ਜ਼ਿਕਰ ਕਰ ਰਿਹਾ ਕਿ ਪਹਿਲਾਂ ਪਾਣੀ ਦੇ ਮੁੱਦੇ ਤੇ ਸੁਪਰੀਮ ਕੋਰਟ 'ਚ ਲਿਖ ਕੇ ਦਿੱਤਾ, ਫਿਰ ਸੁਪਰੀਮ ਕੋਰਟ 'ਚ ਹੀ ਸਾਡੇ ਥਰਮਲ ਪਲਾਂਟ ਬੰਦ ਕਰਾਉਣ ਲਈ ਜਿਹੜਾ ਸੀਗਾ ਰਿਟ ਪਾਈ। ਇਹ ਕਿਹੜੇ ਮੂੰਹ ਨਾਲ ਲੋਕ ਝਾੜੂ ਮਗਰ ਤੁਰੇ ਫਿਰਦੇ? ਮੈਂ ਤਾਂ ਹੈਰਾਨ ਹਾਂ ਇਸ ਗੱਲ ਤੇ। ਇਸ ਕਰਕੇ ਮੈਂ ਤਾਂ ਬੇਨਤੀ ਕਰੂੰਗਾ ਕਿ ਐਂਟੀ ਪੰਜਾਬ, ਐਂਟੀ ਸਿੱਖ ਬੰਦਾ ਹੈ। ਇਹ ਆਪ ਮੰਗਦਾ, ਕਹਿੰਦਾ ਮੇਰੇ ਤੋਂ ਮਾਂ ਬਾਪ ਹੀ ਜਨਸੰਗੀ ਥੇ, ਮੈਂ ਤਾਂ RSS का पदैशी हूँ। ਇਹ ਅਸੀਂ ਥੋੜੀ ਗੱਲਾਂ ਕਹੀਆਂ, ਆਪ ਮੰਨੀਆਂ। ਤੇ ਇਹ ਸਾਰਾ ਕੁਝ ਇਹ ਇੱਥੋਂ ਹੀ ਪਤਾ ਲੱਗਦਾ ਕਿ ਜਦੋਂ ਤਾਂ MLA ਲੜਦੇ ਆ ਉਦੋਂ ਤਾਂ ਸਾਰੇ ਕੇਜਰੀਵਾਲ ਦੇ ਜਿੱਤ ਜਾਂਦੇ ਆ, ਤੇ ਜਦੋਂ MP ਲੜਦੇ ਆ ਉਦੋਂ ਸਾਰੇ BJP ਦੇ ਜਿੱਤ ਜਾਂਦੇ ਆ। ਇਹ ਸਾਰੀਆਂ ਗੱਲਾਂ ਹੌਲੀ ਹੌਲੀ ਬਾਹਰ ਆ ਰਹੀਆਂ। ਲੇਕਿਨ ਬਰਾੜ ਸਾਹਿਬ ਤੁਸੀਂ ਗੱਲ ਕੀਤੀ ਮੁੱਦਿਆਂ ਦੀ, ਕੇਜਰੀਵਾਲ ਦੀ, ਲੇਕਿਨ ਕਾਂਗਰਸ ਦਾ ਜਿਸ ਢੰਗ ਦਾ ਪ੍ਰਚਾਰ ਵੇਖਣ ਨੂੰ ਮਿਲ ਰਿਹਾ, ਨਵਜੋਤ ਸਿੰਘ ਸਿੱਧੂ
ਸਟੇਜਾਂ ਤੋਂ ਜਿਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ, ਇਸ ਤੋਂ ਇਲਾਵਾ ਸੁਨੀਲ ਜਾਖੜ ਦੇ ਜਿਹੜੇ ਬਿਆਨ ਆ ਰਹੇ ਨੇ, ਤੁਹਾਨੂੰ ਲੱਗਦਾ ਨਹੀਂ 2017 ਵਾਲੀ ਸਿਚੁਏਸ਼ਨ ਨੂੰ ਮੁੜ ਤੋਂ ਖੜਾ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਕਿ ਅਕਾਲੀ ਦਲ ਨੂੰ ਉਨੀ ਮੁੱਦਿਆਂ ਨੂੰ ਲੈ ਕੇ ਘੇਰਿਆ ਜਾਏ ਜਿਨ ਮੁੱਦਿਆਂ ਨੂੰ ਲੈ ਕੇ 2017 ਦੇ ਵਿੱਚ ਘੇਰਿਆ ਗਿਆ ਸੀ, ਚਾਹੇ ਉਹ ਬੇਅਦਬੀ ਦਾ ਮਸਲਾ ਹੋਏ, ਚਾਹੇ ਡਰੱਗਸ ਦਾ ਮਸਲਾ ਹੋਏ, ਹੁਣ ਵੀ ਵਿਕਰਮ ਮਜੀਠੀਆ ਦੇ ਖਿਲਾਫ ਜਿਹੜੀ FIR ਹੋਈ ਹੈ, ਯਾਨੀ ਉਸੇ ਪਾਸੇ ਚੋਣਾਂ ਨੂੰ ਮੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਇੱਕ ਬੇਨਤੀ ਕਰਦੇ ਹਾਂ ਕਿ ਕਾਂਗਰਸੀ ਪੁੱਠੇ ਲਮਕ ਲੈਣ ਤੇ ਭਾਵੇਂ ਸਿੱਧੇ ਲਮਕ ਲੈਣ, ਇਹਨਾਂ ਦਾ ਵੇਲਾ ਬੀਤ ਗਿਆ ਇੱਕ ਗੱਲ। ਤੇ ਜਿਹੜੀ ਤੁਸੀਂ ਸਿੱਧੂ ਦੀ ਗੱਲ ਕੀਤੀ ਹੈ, ਸਿੱਧੂ ਚੰਨੀ ਦੀ ਨਹੀਂ ਸੁਣਦਾ, ਚੰਨੀ ਜਾਖੜ ਦੀ ਨਹੀਂ ਸੁਣਦਾ, ਜਾਖੜ ਕਾਂ ਪ੍ਰਤਾਪ ਬਾਜਵਾ ਦੀ ਨਹੀਂ ਸੁਣਦਾ, ਤੇ ਪ੍ਰਤਾਪ ਬਾਜਵਾ ਕਾਂ ਤਿੰਨਾਂ ਦੀ ਨਹੀਂ ਸੁਣਦਾ, ਤੇ ਚਾਰੇ ਇਹ ਸੈਂਟਰ ਵਾਲਿਆਂ ਦੀ ਨਹੀਂ ਸੁਣਦੇ। ਅੱਜ ਜਿਹੜੀਆਂ ਐਲਾਨ ਸਿੱਧੂ ਕਰ ਰਿਹਾ, ਕਹਿੰਦਾ ਮੇਰੀ ਸਰਕਾਰ ਆ ਗਈ ਮੈਂ ਇਹ ਕਰ ਦੂੰ, ਉਹ ਭਾਈਆ ਹੁਣ ਤੇਰੇ ਪਾਕਿਸਤਾਨੀਆਂ ਦੀ ਸਰਕਾਰ ਹੈ, ਕਿਹਦੀ ਸਰਕਾਰ ਹੈ? ਹੁਣ ਮੇਰੀ ਸਰਕਾਰ ਆ ਗਈ ਮੈਂ ਇਹ ਕਰ ਦੂੰ। ਇਸ ਕਰਕੇ ਮੈਂ ਸਿੱਧੂ ਤੋਂ ਇੱਕ ਸਵਾਲ ਪੁੱਛਦਾ ਕਿ 18 ਸਾਲ ਦੀ ਤੇਰੀ ਰਾਜਨੀਤੀ ਹੋ ਗਈ, 18 ਸਾਲ ਦੀ ਰਾਜਨੀਤੀ 'ਚ ਤੇਰੀ ਪਤਨੀ ਸਾਹਿਬਾ ਵੀ ਮੰਤਰੀ ਰਹਿ ਲਈ, ਤੂੰ ਖੁਦ 2.5 ਸਾਲ ਮੰਤਰੀ ਰਹਿ ਲਿਆ, ਸੈਂਟਰ ਦੇ ਵਿੱਚ BJP ਦੀ ਸਰਕਾਰ ਸੀ ਜਦੋਂ ਮੈਂਬਰ ਪਾਰਲੀਮੈਂਟ ਹੁੰਦਾ ਸੀ। ਇਹਨਾਂ 18 ਸਾਲਾਂ ਦੇ ਵਿੱਚ ਇੱਕ ਪ੍ਰਾਪਤੀ ਦੱਸ ਦੇ, ਇੱਕ ਪ੍ਰਾਪਤੀ ਨਹੀਂ ਦੱਸ ਸਕਦਾ ਕਿ ਲੋਕਾਂ ਦੇ ਭਲੇ ਦੀ। ਹਾਂ, ਇੱਕ ਪ੍ਰਾਪਤੀ ਹੈਗੀ ਹੈ, ਕਦੇ ਬਾਪ ਬਾਦਲ ਸਾਹਿਬ ਨੂੰ ਦੱਸਦਾ, ਕਦੇ ਮੋਦੀ ਸਾਹਿਬ ਨੂੰ ਦੱਸਦਾ, ਕਦੇ ਹੁਣ ਸੋਨੀਆ ਨੂੰ ਮੰਮੀ ਦੱਸਦਾ, ਜਿਹੜੀ ਪਹਿਲਾਂ ਮੁੰਨੀ ਦੱਸਦਾ ਸੀਗਾ। ਇਹ ਸਿੱਧੂ ਸਾਹਿਬ ਦੀ ਪ੍ਰਾਪਤੀ ਹੈ। ਤੇ ਜਿਹੜੀ ਚੰਨੀ ਸਾਹਿਬ ਦੀ ਪ੍ਰਾਪਤੀ ਹੈ, ਇਹ ਨਾਗਵਾਲ ਪਾਉਣੇ, ਧਾਰਾਂ ਕੱਢਣੀਆਂ, ਟੈਂਟ ਲਾਉਣਾ, ਇਹ ਤਾਂ ਲੋਕਾਂ ਨੂੰ ਬੁੱਧੂ ਬਣਾਈ ਗਿਆ। ਅਸਲੀ ਕੰਮ ਤਾਂ ਆਹ ਪਿੱਛੇ ਕਰੀ ਗਿਆ, ਜਿਹੜੀਆਂ ਥੱਦੀਆਂ ਤੁਸੀਂ ਕੱਲ ਦੇਖੀਆਂ, ਇਹ ਕੰਮ ਇਹਦਾ ਆ। ਤੇ ਜਾਖੜ ਸਾਹਿਬ ਦਾ ਕੀ ਨਾਂ ਲੈਣਾ ਹੈ? ਪਹਿਲਾਂ ਵਿਚਾਰੇ ਘਰੋਂ ਹਰਾਏ ਲੋਕਾਂ ਨੇ, ਪਹਿਲਾਂ ਅਬੋਹਰੋਂ ਲੋਕਾਂ ਨੇ ਹਰਾ ਕੇ ਕੱਢੇ, ਫਿਰ ਗੁਰਦਾਸਪੁਰ ਵਾਲਿਆਂ ਨੇ ਹਰਾ ਕੇ ਕੱਢਤੇ, ਤੇ ਫਿਰ ਰਹਿੰਦੇ ਖੁੰਦੇ ਗਾਂਧੀ ਪਰਿਵਾਰ ਨੇ ਹਰਾ ਕੇ ਕੱਢਤੇ। MLA ਦੀਆਂ 38 ਵੋਟਾਂ ਪੈ ਗਈਆਂ, ਮਸਾਂ ਵਿਚਾਰੇ ਕੋਈ ਕੁਰਸੀ ਦੇ ਨੇੜੇ ਹੋਣ ਲੱਗੇ ਸੀ, ਤੇ ਵਿੱਚੋਂ ਠੁੱਡ ਮਾਰ ਕੇ ਥੱਲਿਓਂ ਫੇਰ ਪਾਸੇ ਕਰਤੀ। ਇਸ ਕਰਕੇ ਇੱਕ ਦੂਜੇ ਨੂੰ ਹਰਾਉਣ ਦੇ ਲਈ ਮੇਰਾ ਖਿਆਲ ਹੈ, ਜੇ ਤੁਸੀਂ ਅੱਜ ਦੀਆਂ ਅਖਬਾਰਾਂ ਪੜ੍ਹੋ, ਕੋਈ ਐਸਾ ਹਲਕਾ ਨਹੀਂ, ਕੈਬਨਿਟ ਦਾ ਮੰਤਰੀ ਹੋਵੇ ਤ੍ਰਿਪਤ ਵਰਜਿੰਦਰ ਬਾਜਵਾ, ਉਹ ਆਖੇ ਜੇ ਬਟਾਲੇ ਦੀ ਸੀਟ ਨਾ ਦਿੱਤੀ ਤਾਂ ਫਿਰ ਮੈਂ ਵਿਖਾਊਂ ਕਿ ਮੈਂ ਕੀ ਕਰਨਾ ਹੈ। ਕੈਬਨਿਟ ਦਾ ਮੰਤਰੀ ਹੋਵੇ ਰਾਣਾ ਗੁਰਜੀਤ ਸਿੰਘ, ਕਹਿੰਦਾ ਜੇ ਤੁਸੀਂ ਸੁਲਤਾਨਪੁਰ ਲੋਧੀ ਦੀ ਮੇਰੇ ਮੁੰਡੇ ਨੂੰ ਟਿਕਟ ਨਾ ਦਿੱਤੀ ਤਾਂ ਮੈਂ ਵਿਖਾਊਂ ਕੀ ਕਰਨਾ ਹੈ। ਜੇ ਮਹਿੰਦਰ KP ਜਿਹੜਾ ਚੰਨੀ ਦਾ ਸਕਾ ਕੁੜਮ ਹੈ, ਉਹਦੀ ਟਿਕਟ ਕੱਟ ਕੇ ਇੱਕ ਨਵੇਂ ਬੰਦੇ ਨੂੰ ਦੇਤੀ। ਤੁਸੀਂ ਅੱਜ ਅੰਦਾਜ਼ਾ ਲਾਓ ਕਿ ਪੰਜਾਬ ਦੇ ਵਿੱਚ ਕਿਸ ਕਿਸਮ ਦਾ ਹੋ ਹੱਲਾ ਮੱਚਿਆ ਪਿਆ। ਇਹ ਸਾਰਾ ਕੁਝ ਜਿਹੜਾ ਹੈਗਾ, ਮੈਂ ਸਮਝਦਾ ਕਿ ਕਾਂਗਰਸ ਨੂੰ ਲੈ ਡੁੱਬਣ ਦੇ ਲਈ ਇਹ ਆਪਦੇ ਭਾਰ ਨਾਲ ਹੀ ਡਿੱਗ ਪੈਣਗੇ। ਔਰ ਪ੍ਰਮਾਤਮਾ ਤੋਂ ਡਰ ਕੇ ਕਹਿੰਦਾ, ਵਨੀਤ ਜੀ ਲਿਖ ਕੇ ਜੇਬ 'ਚ ਪਾ ਲਿਓ, 80 ਤੋਂ 90 ਸੀਟਾਂ ਦੇ ਨਾਲ ਜਿੱਤ ਕੇ ਅਸੀਂ ਗੱਠਜੋੜ ਦੀ ਸਰਕਾਰ ਬਣਾਵਾਂਗੇ। ਗੱਠਜੋੜ ਦੀ ਸਰਕਾਰ 80 ਤੋਂ 90, ਯਾਨੀ ਦਾਵਾ ਪੇਸ਼ ਕਰ ਰਹੇ ਹੋ ਤੁਸੀਂ? 100%। ਅੱਜ ਦੇ ਹਾਲਾਤ ਇਹ ਨੇ, ਅਸੀਂ ਸਾਰਿਆਂ ਨੂੰ ਕਹਿੰਦੇ ਆ ਕਿ ਜ਼ੋਰ ਲਾ ਕੇ ਲੜੋ। ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹੀ ਤੇ ਜਾਂਦੇ ਹੋ, ਆਮ ਆਦਮੀ ਪਾਰਟੀ 45 ਤੋਂ 55 ਕੈਂਡੀਡੇਟ ਤਾਂ ਉਹਨਾਂ ਨੇ ਸਾਡੀਆਂ ਪੁਰਾਣੀਆਂ ਪਾਰਟੀਆਂ ਚੋਂ ਲਏ ਆ, ਕੀ ਰਹਿ ਗਿਆ ਫਿਰ ਮੈਨੂੰ ਦੱਸੋ। ਇਸ ਕਰਕੇ ਇਹ ਸਾਰੀਆਂ ਪਾਰਟੀਆਂ ਡੈਪੂਟੇਸ਼ਨ ਤੇ ਬੰਦੇ ਇਕੱਠੇ ਕਰੀ ਜਾਂਦੀਆਂ। ਪਰਮਾਤਮਾ ਤੋਂ ਡਰ ਕੇ ਕਹਿੰਦੇ ਆ, ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦਾ ਜਿੰਨਾ ਕਾਡਰ ਹੈ ਉਹ ਦਿਨ ਰਾਤ ਲੱਗਿਆ ਹੋਇਆ, ਔਰ ਅਸੀਂ ਆਪਣੀ ਵੋਟ ਪ੍ਰੋਟੈਕਟ ਕਰਕੇ ਇਹਨਾਂ ਸਾਰੀਆਂ ਪਾਰਟੀਆਂ ਅੱਜ 5 ਥਾਂ ਤੇ ਵੋਟ ਪੈਣੀ ਹੈ। ਹਾਲਾਤ ਕੀ ਨੇ? ਅਸੀਂ ਤਾਂ ਆਪਣੀ ਵੋਟ ਹੀ ਇਕੱਠੀ ਕਰਕੇ ਪਵਾ ਜਾਾਂਗੇ ਤੇ ਪਰਮਾਤਮਾ ਮਿਹਰ ਕਰ ਦੇ। ਚਲੋ, ਤੁਸੀਂ ਆਪਣੀ ਵੋਟ ਦੀ ਤੇ ਗੱਲ ਕਰਦੀ, ਹੁਣ ਕੈਪਟਨ ਸਾਹਿਬ ਦਾ ਵੀ ਜ਼ਿਕਰ ਕਰਦੇ ਨੇ ਕਿਉਂਕਿ ਉਹਨਾਂ ਦਾ ਵੀ ਲੋਕ ਸਭਾ ਹਲਕਾ ਪੈਂਦਾ ਹੈ। ਇਸ ਹਲਕੇ ਦੇ ਵਿੱਚ ਕਹਿੰਦੇ ਉਹਨਾਂ ਦਾ ਵੀ ਪ੍ਰਭਾਵ ਵੇਖਣ ਨੂੰ ਮਿਲਦਾ ਹੈ। ਉਸ ਪ੍ਰਭਾਵ ਨੂੰ ਕਿਆ ਚੁਣੌਤੀ ਦੇ ਪਾਓਗੇ? ਮੈਂ ਇੱਕ ਗੱਲ ਕਹਾਂ ਕਿ ਜਿਹੜਾ ਉਹਨਾਂ ਦਾ ਪ੍ਰਭਾਵ ਸੀ, ਉਹ ਹਰਦਿਆਲ ਜਿਹੜਾ ਇੱਥੋਂ ਦਾ MLA ਹੈ, ਉਹਨੇ ਸਮਝ ਲਓ ਉਹਨਾਂ ਦਾ ਐਸ ਕਦਰ ਨਾਮ ਬਦਨਾਮ ਕੀਤਾ ਹੈ, ਕਿਉਂਕਿ ਉਹ ਇਹਨਾਂ ਦਾ ਕਮਾਊ ਪੁੱਤ ਬਣਿਆ ਹੋਇਆ ਸੀ। ਔਰ ਕਦੇ ਮਹਾਰਾਣੀ ਸਾਹਿਬਾ ਨੂੰ ਪੁੱਤ ਦੱਸਦੇ ਸੀ, ਮੈਂ ਉਹਨੂੰ ਕਮਾਊ ਪੁੱਤ ਦਾ ਨਾਂ ਦੇਵਾਂਗਾ। ਔਰ ਕਮਾਊ ਪੁੱਤ ਨੂੰ ਕਿਸੇ ਗੱਲ ਤੋਂ ਰੋਕਿਆ ਨਹੀਂਗਾ। ਲੋਕਾਂ ਦਾ ਗੁੱਸਾ ਜਿੱਥੇ ਲੋਕਲ ਵਿਧਾਇਕ ਨਾਲ ਹੈਗਾ ਕਿ ਲੁੱਟ ਖਸੁੱਟ ਚੱਲਦੀ ਰਹੀ, ਲੋਕਾਂ ਦੇ ਜਾਲੀ ਪਰਚੇ ਧੱਕੇਸ਼ਾਹੀਆਂ ਚੱਲਦੀਆਂ ਰਹੀਆਂ, ਉਹ ਇਹਨੇ ਕਰਵਾਈਆਂ ਕਿਉਂਕਿ ਇਹਦੇ ਟਲਾਏ ਥਾਣੇਦਾਰਾਂ ਨਾਲ ਚੱਲਦੀਆਂ ਸੀ, ਤਾਂ ਉਹਨੂੰ ਰੋਕਿਆ ਵੀ ਮਹਿਲਾਂ ਵਾਲਿਆਂ ਨੇ ਨਹੀਂਗਾ। ਇਸ ਕਰਕੇ ਓਨਾ ਹੀ ਗੁੱਸਾ ਉਹਨਾਂ ਦੇ ਪ੍ਰਤੀ ਹੈਗਾ। ਔਰ ਮੈਂ ਇੱਕ ਗੱਲ ਕਹਾਂ ਕਿ ਵੈਸੇ ਵੀ ਜਿਹੜੇ ਹਾਲਾਤਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨਾਲ ਕਾਂਗਰਸ ਪਾਰਟੀ ਨੇ ਕੀਤੀ ਹੈ, ਐਜ਼ ਏ ਬਜ਼ੁਰਗ ਤਾਂ ਮੈਨੂੰ ਹਮਦਰਦੀ ਹੈਗੀ ਹੈ, ਪਰ ਜੋ ਉਹਨਾਂ ਨੇ ਗੁਟਕਾ ਸਾਹਿਬ ਹੱਥ 'ਚ ਫੜ ਕੇ ਲੋਕਾਂ ਨਾਲ ਠੱਗੀ ਮਾਰੀ ਹੈ ਨਾ, ਉਹਦੀ ਸਜ਼ਾ ਹੀ ਭੁਗਤ ਰਹੇ ਆ। ਇਸ ਕਰਕੇ ਕੁਝ ਨਹੀਂ ਇੱਥੇ ਉਹਨਾਂ ਦਾ ਵਟਿਆ ਜਾਣਾ। ਰੋਡ ਸ਼ੋਅ ਦੀ ਸ਼ੁਰੂਆਤ ਵੀ ਇੱਥੋਂ ਹੀ ਕੀਤੀ ਉਹਨਾਂ ਮੈਂ ਸਾਡੇ ਚੋਂ ਹੀ ਗਏ ਆ ਜੀ, ਜਾਣਦਾ ਹੈ, ਮੇਰੇ ਮਿੱਤਰ ਵੀ ਹੈ, ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ। ਪਰ ਮੈਂ ਇੱਕ ਗੱਲ ਕਹਾਂ ਕਿ ਜੋ ਸਾਡੀ ਇਨਫੋਰਮੇਸ਼ਨ ਹੈ, ਇੱਥੋਂ BJP ਨੇ ਇਲੈਕਸ਼ਨ ਲੜਨੀ ਹੈ, ਉਹ ਵੀ ਮੁੱਛਾਂ ਮੱਛਾਂ ਨੂੰ ਤਾ ਦਿੱਤਾ, ਫਿਰ ਮੈਨੂੰ ਲੱਗਦੀ ਕਈਆਂ ਦਾ ਰਹਿ ਜਾਊਗਾ। ਇਸ ਕਰਕੇ ਖੈਰ ਉਹਨਾਂ ਨੇ ਇਕੱਠਿਆਂ ਦਾ ਗੱਠਜੋੜ ਆ, ਉਹਨਾਂ ਵੱਲੋਂ ਕੋਈ ਉਮੀਦਵਾਰ ਆਵੇ ਅਸੀਂ ਵੈਲਕਮ ਕਰਾਂਗੇ। ਔਰ ਇੱਕ ਲੋਕਤੰਤਰ ਦੇ ਵਿੱਚ ਹਰੇਕ ਬੰਦੇ ਨੂੰ ਲੜਨ ਦਾ ਹੱਕ ਹੈ, ਉਹ ਆਪਣੀ ਜੋਰ ਅਜਮਾਈ ਕਰ ਰਹੇ ਆ। ਕੈਪਟਨ ਅਮਰਿੰਦਰ ਸਿੰਘ ਆਪਣੇ
ਸਾਥੀਆਂ ਰਾਹੀਂ ਕਿ ਸਾਨੂੰ ਟਿਕਟ ਮਿਲੇ, ਬੀਜੇਪੀ ਆਪਣੀ ਕਰ ਰਹੀ ਹੈ ਕਿ ਸਾਨੂੰ ਟਿਕਟ ਮਿਲੇ। ਜਿਹੜਾ ਵੀ ਆਵੇ ਅਸੀਂ ਤਾਂ ਕਵਾਂਗੇ ਇੱਕ ਰਹਿ ਗਿਆ ਉਹ ਵੀ ਆਵੇ ਤੇ ਚੱਲ ਚੰਗੀ ਗੱਲ ਹੈ, ਚਾਰੇ ਕੋਨੇ ਪੂਰੇ ਹੋ ਕੇ ਜਿਹਨੇ ਜ਼ੋਰ ਜਿੱਧਰ ਨੂੰ ਲਾਉਣਾ ਲਾਵੇ। ਪਰ ਮੈਂ ਪ੍ਰਮਾਤਮਾ ਤੋਂ ਡਰ ਕੇ ਕਹਿਣਾ ਕਿ ਉਹਨਾਂ ਦੇ ਵੀ ਬੀਤ ਗਿਆ ਵੇਲਾ, ਕੋਈ ਬਹੁਤਾ ਅਸਰ ਨਹੀਂ ਪਾਉਣਗੇ। ਇੱਥੇ ਲੜਾਈ ਜਿਹੜੀ ਹੈਗੀ ਹੈ ਸਿੱਧਮ ਸਿੱਧੀ ਜਿਹੜੀ ਹੈਗੀ ਹੈ ਉਹ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ 'ਚ ਹੋਣੀ। ਯਾਨੀ ਕਾਂਗਰਸ ਨਾਲ ਤੁਹਾਡਾ ਸਿੱਧੇ ਤੌਰ ਤੇ ਟਾਕਰਾ ਵੇਖਣ ਨੂੰ ਮਿਲੂਗਾ। ਕਿੰਨਿਆਂ ਤੇ ਪ੍ਰਮਾਤਮਾ ਤੇ ਆਹ ਲੋਕ ਜਿਤਾਉਂਦੇ ਆ ਇਹ ਤਾਂ ਪ੍ਰਮਾਤਮਾ ਜਾਣਦਾ। ਪਰ ਜਿਹੜੀ ਮੈਂ ਇੱਕ ਗੱਲ ਅੱਜ ਦਾਅਵਾ ਕਰ ਸਕਦਾ ਜਾਂ ਮੈਨੂੰ ਜਿੰਨੀ ਕੁ ਸਮਝ ਆ ਰਹੀ ਹੈ, ਕਾਂਗਰਸ ਦਾ ਆਪਣਾ ਕਾਡਰ ਹੈ, ਜਿਹੜੀ 2 ਨੰਬਰ ਤੇ ਜਿਹੜਾ ਹੈਗਾ ਉਹ ਕਾਂਗਰਸ ਨੇ ਆਉਣਾ। ਚਲੋ ਸਿੱਧੇ ਤੌਰ ਤੇ ਇੱਥੇ ਦਾਅਵਾ ਪੇਸ਼ ਕਰਤਾ, ਇੱਕ ਤੇ ਸਰਕਾਰ ਸੂਬੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਔਰ ਬੀਐਸਪੀ ਦੀ ਬਣੇਗੀ, ਔਰ ਦੂਜਾ ਇਸ ਸੀਟ ਤੇ ਚਰਨਜੀਤ ਸਿੰਘ ਬਰਾੜ ਆਪਣੀ ਜਿੱਤ ਦਾ ਦਾਅਵਾ ਪੇਸ਼ ਕਰਦੇ ਹੋਏ ਨਜ਼ਰ ਆ ਰਹੇ ਨੇ। ਵੇਖਣ ਵਾਲੀ ਗੱਲ ਰਹੇਗੀ ਕਿ ਇਹਨਾਂ ਦੇ ਦਾਅਵੇ ਤੇ ਇੱਥੋਂ ਦੀ ਜਨਤਾ ਕਿੰਨੀ ਕੁ ਮੋਹਰ ਲਾ ਪਾਉਂਦੀ ਹੈ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ ਟੀਵੀ, ਰਾਜਪੁਰਾ।